हाँ जी दोस्तों, सत श्री अकाल। ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਟਰੂ ਫਾਲਸ ਐਂਡ ਨਾਟ ਗਿਵਨ। ਟਰੂ ਫਾਲਸ ਜਾਂ ਨਾਟ ਗਿਵਨ ਕਰਨ ਤੋਂ ਪਹਿਲਾਂ ਅਸੀਂ ਕੀ ਕਰਨਾ ਹੁੰਦਾ ਹੈਗਾ ਕਿ ਜੋ ਵੀ ਆਪਾਂ ਕੁਐਸਚਨ ਲੱਭ ਰਹੇ ਹਾਂਗੇ ਉਹਦੇ ਸਾਨੂੰ ਕੀਵਰਡਸ ਮੈਚ ਕਰਨੇ ਪੈਂਦੇ ਨੇ। ਪਹਿਲਾ ਕੀਵਰਡ ਆਪਾਂ ਨੂੰ ਹਾਈਲਾਈਟ ਕਰ ਲਈਏ ਉਸ ਨੂੰ ਤਾਂ ਕਿ ਸਾਨੂੰ ਕੁਐਸਚਨ ਮਿਲ ਸਕੇ। ਹੁਣ ਕੁਐਸਚਨ ਹੈ ਪਹਿਲਾ, ਐਗਜ਼ਾਮਪਲਸ ਆਫ ਐਂਸ਼ੀਅੰਟ ਸਟੈਪ ਵੈਲਸ। ਸੋ ਸਟੈਪ ਵੈਲਸ ਨੇਗੇ ਉਹ ਵੀ ਐਂਸ਼ੀਅੰਟ ਨੇ, ਗੱਲ ਗੌਰ ਕਰਿਓ, ਇੱਥੇ ਸਿਰਫ ਐਂਸ਼ੀਅੰਟ ਸਟੈਪ ਵੈਲ ਦੀ ਗੱਲ ਹੋ ਰਹੀ ਹੈ। ਕੈਨ ਬੀ ਫਾਊਂਡ ਆਲ ਓਵਰ ਦਾ ਵਰਲਡ, ਕਹਿੰਦੇ ਇਹ ਪੂਰੇ ਦੇ ਪੂਰੇ ਸੰਸਾਰ ਦੇ ਵਿੱਚ, ਆਲ ਓਵਰ ਦਾ ਵਰਲਡ ਪੂਰੇ ਵਰਲਡ ਦੇ ਵਿੱਚ ਇਹ ਸਾਨੂੰ ਮਿਲ ਸਕਦੇ ਨੇਗੇ। ਸੋ ਦੇਖਦੇ ਹਾਂ ਹੁਣ ਇਹ ਆਨਸਰ ਸਹੀ ਹੈ ਜਾਂ ਗਲਤ ਹੈ। ਅਤੇ ਦੂਸਰੀ ਗੱਲ ਸਾਡੇ ਕੋਲ ਦਿੱਤੇ ਹੋਏ ਨੇ ਐਗਜ਼ਾਮਪਲਸ। ਹੁਣ ਅਸੀਂ ਵੇਖਿਆ, ਅਗਰ ਆਪਾਂ ਧਿਆਨ ਨਾਲ ਦੇਖੀਏ ਜੋ ਸਾਡੇ ਕੋਲੇ ਡਿਊਰਿੰਗ ਦਾ 6th ਐਂਡ 7th ਸੈਂਚੁਰੀਜ਼ ਇਹਦੀ ਵੀ ਗੱਲ ਪੜ੍ਹੀਏ, ਇਹਦੇ ਵਿੱਚ ਸਾਡੇ ਕੋਲ ਸਿਰਫ ਥੋੜ੍ਹੀ ਹਿਸਟਰੀ ਦੀ ਗੱਲ ਕੀਤੀ ਹੋਈ ਹੈ। ਦੱਸਿਆ ਹੋਇਆ ਕਿ ਇਹ ਡਰਿੰਕਿੰਗ, ਬਾਥਿੰਗ, ਵਾਟਰਿੰਗ ਐਨੀਮਲਸ ਅਤੇ ਇਰੀਗੇਸ਼ਨ ਵਾਸਤੇ ਯੂਜ਼ ਕੀਤੇ ਜਾਂਦੇ ਸੀ। ਅਤੇ ਸਟੈਪ ਵੈਲ ਦੀ ਅਗਰ ਆਪਾਂ ਗੱਲ ਕਰੀਏ ਉਹ ਨੈਕਸਟ ਪੈਰਾਗ੍ਰਾਫ ਦੇ ਵਿੱਚ ਹੈ, ਯੂਨੀਕ ਟੂ ਦਾ ਰੀਜ਼ਨ। ਆਹ ਗੱਲ ਗੌਰ ਕਰਿਓ, ਯੂਨੀਕ ਟੂ ਦਾ ਰੀਜ਼ਨ। ਯੂਨੀਕ ਟੂ ਦਾ ਰੀਜ਼ਨ ਮਤਲਬ ਇਹ ਏਰੀਏ ਦੇ ਅਕੋਰਡਿੰਗ ਯੂਨੀਕਨੈਸ ਹੈਗੀ, ਮਤਲਬ ਹਰ ਇੱਕ ਜਗ੍ਹਾ ਨਹੀਂ ਹੁੰਦਾ। ਯੂਨੀਕ ਟੂ ਦਾ ਰੀਜ਼ਨ, ਇਹ ਜੋ ਸਟੈਪ ਵੈਲਸ ਨੇਗੇ ਇਹ ਕਿਸੇ ਏਰੀਏ ਦੀ ਖਾਸੀਅਤ ਹੁੰਦੀ ਹੈ, ਯੂਨੀਕਨੈਸ ਹੁੰਦੀ ਆ। ਸਟੈਪ ਵੈਲਸ ਆਰ ਆਫਨ ਆਰਕੀਟੈਕਚਰਲੀ ਕੰਪਲੈਕਸ। ਜਿਹੜੇ ਸਟੈਪ ਵੈਲਸ ਹੁੰਦੇ ਨੇਗੇ ਉਹ ਆਰਕੀਟੈਕਚਰਲੀ ਡਿਜ਼ਾਈਨ ਦੇਖੀਏ ਅਗਰ ਆਪਾਂ, ਕੰਪਲੈਕਸ ਹੁੰਦੇ ਨੇ, ਵੇਰੀ ਕਰਦੇ ਨੇ। ਵੇਰੀ ਦਾ ਮਤਲਬ ਵੱਖੋ ਵੱਖਰੇ ਹੁੰਦੇ ਨੇ, ਵਾਈਡਲੀ ਇੱਕ ਦੂਜੇ ਨਾਲੋਂ ਵੱਖੋ ਵੱਖਰੇ ਹੁੰਦੇ ਨੇਗੇ ਇਨ ਸਾਈਜ਼ ਐਂਡ ਸ਼ੇਪ, ਸਾਈਜ਼ ਦੇ ਵਿੱਚ ਵੀ ਅਤੇ ਸ਼ੇਪ ਦੇ ਵਿੱਚ ਵੀ। ਸੋ ਜਿਹੜਾ ਆਹ ਵਰਡ ਹੈ ਯੂਨੀਕ ਟੂ ਦਾ ਰੀਜ਼ਨ, ਇਹਦਾ ਮਤਲਬ ਹੈ ਕਿਸੇ ਕਿਸੇ ਏਰੀਏ ਦੇ ਵਿੱਚ ਹੀ ਹੁੰਦੇ ਨੇ, ਇਹਦਾ ਮਤਲਬ ਇਹ ਹੈ। ਪਰ ਜਿਹੜਾ ਸਾਡਾ ਕੁਐਸਚਨ ਸੀਗਾ ਉਹ ਕੀ ਕਹਿ ਰਿਹਾ ਸੀਗਾ ਕਿ ਆਲ ਓਵਰ ਦਾ ਵਰਡ ਮਿਲਦੇ ਹੈਗੇ। ਤਾਂ ਹੁਣ ਇਹ ਆਨਸਰ ਸਾਡਾ ਕੀ ਬਣ ਗਿਆ ਇੱਥੇ, ਫਾਲਸ। ਕਿਉਂ ਫਾਲਸ ਬਣ ਗਿਆ ਇਹ? ਕਿਉਂਕਿ ਕੁਐਸਚਨ ਕਹਿ ਰਿਹਾ ਸੀਗਾ ਕਿ ਆਲ ਓਵਰ ਦਾ ਵਰਡ ਹਰ ਇੱਕ ਸੰਸਾਰ, ਮਤਲਬ ਕਿ ਸੰਸਾਰ 'ਚ ਹਰ ਜਗ੍ਹਾ ਮਿਲਦੇ ਆ, ਪਰ ਸਾਡੀ ਲੋਕੇਸ਼ਨ ਨੇ ਦੱਸਿਆ ਕਿ ਯੂਨੀਕ ਟੂ ਦਾ ਰੀਜ਼ਨ, ਮਤਲਬ ਇਹਦਾ ਕਿਸੇ ਏਰੀਏ ਦੀ ਖਾਸੀਅਤ ਹੁੰਦੀ ਹੈਗੀ, ਮਤਲਬ ਪੂਰੇ ਸੰਸਾਰ ਦੇ ਵਿੱਚ ਨਹੀਂ ਹੈ, ਕਿਸੇ ਕਿਸੇ ਏਰੀਏ ਦੇ ਵਿੱਚ ਹੀ ਹੁੰਦਾ ਹੈ। ਮਿਲ ਗਿਆ ਨਾ। ਨੈਕਸਟ ਕੁਐਸਚਨ ਦੇਖੋ, ਸਟੈਪ ਵੈਲਸ ਹੈਡ ਅ ਰੇਂਜ ਆਫ ਫੰਕਸ਼ਨ। ਹੈਡ ਅ ਰੇਂਜ ਆਫ ਫੰਕਸ਼ਨ ਮਤਲਬ ਉਹਦੇ ਕਈ ਤਰ੍ਹਾਂ ਦੇ ਉਹਦੇ ਕੰਮ ਸੀਗੇ। ਫੰਕਸ਼ਨਸ, ਰੇਂਜ ਆਫ ਫੰਕਸ਼ਨ ਦਾ ਮਤਲਬ ਹੈ ਉਹਦੇ ਕਈ ਤਰ੍ਹਾਂ ਦੇ ਕੰਮ ਸੀਗੇ। ਇਨ ਐਡੀਸ਼ਨ ਟੂ ਦੋਜ਼ ਰਿਲੇਟਡ ਟੂ ਵਾਟਰ ਕਲੈਕਸ਼ਨ, ਇਨ ਐਡੀਸ਼ਨ ਟੂ ਦੋਜ਼ ਰਿਲੇਟਡ ਟੂ, ਉਹ ਵੀ ਕਿਹਦੇ ਨਾਲ ਰਿਲੇਟਡ? ਪਾਣੀ ਜਿਵੇਂ ਇਕੱਠਾ ਕਰਨ ਦੇ ਨਾਲ ਰਿਲੇਟਡ। ਸੋ ਆਪਾਂ ਕਹਿ ਸਕਦੇ ਹਾਂ ਕਿ ਸਟੈਪ ਵੈਲ ਦੇ ਕਈ ਤਰ੍ਹਾਂ ਦੇ ਫੰਕਸ਼ਨ ਸੀ, ਜਿਸ ਤਰ੍ਹਾਂ ਕਿ ਪਾਣੀ ਇਕੱਠਾ ਕਰਨ ਦਾ ਕੰਮ ਸੀਗਾ। ਕੀ ਇਹ ਗੱਲ ਸਹੀ ਹੈ? ਜਿੱਥੇ ਸਾਨੂੰ ਫਸਟ ਸੈਂਟੈਂਸ ਮਿਲਿਆ ਸੀਗਾ, ਫਸਟ ਕੁਐਸਚਨ ਦਾ ਆਨਸਰ ਮਿਲਿਆ ਸੀ, ਉੱਥੋਂ ਹੀ ਆਪਾਂ ਸੈਕੰਡ ਰੀਡ ਕਰਦੇ ਹਾਂ। ਡਿਊਰਿੰਗ ਦੇਅਰ ਹੇਡੇ, ਹੇਡੇ ਦਾ ਮਤਲਬ ਹੁੰਦਾ ਜਦੋਂ ਕੋਈ ਚੀਜ਼ ਪੂਰੀ ਜੋਬਨ ਦੇ ਵਿੱਚ ਹੁੰਦੀ ਹੈ, ਪੂਰੀ ਪੀਕ ਦੇ ਉੱਪਰ ਹੁੰਦੀ ਹੈਗੀ, ਫੈਸ਼ਨ ਦੇ ਵਿੱਚ ਹੁੰਦੀ ਹੈਗੀ। ਡਿਊਰਿੰਗ ਦੇਅਰ ਹੇਡੇ, ਜਦੋਂ ਉਹ ਜ਼ਿਆਦਾ ਹੁੰਦੇ ਸੀ, ਪੋਪੂਲਰ ਹੁੰਦੇ ਸੀ। ਦੇ ਵਰ ਪਲੇਸਿਸ ਆਫ ਗੈਦਰਿੰਗ, ਤਾਂ ਉੱਥੇ ਕਿਹੜੇ ਕਿਹੜੇ ਥਾਂ ਹੁੰਦੇ ਸੀਗੇ? ਉਹ ਕਿਸ ਤਰ੍ਹਾਂ ਦੇ ਥਾਂ ਸੀਗੇ? ਇਕੱਠਾ ਹੋਣ ਦੇ। ਦੇ ਵਰ ਪਲੇਸਿਸ ਆਫ ਗੈਦਰਿੰਗ, ਆਫ ਲੈਜ਼ਰ, ਆਫ ਰਿਲੈਕਸੇਸ਼ਨ, ਆਫ ਵਰਸ਼ਿਪ ਫॉर ਵਿਲੇਜਰਸ, ਆਫ ਆਲ ਬਟ ਦਾ ਲੋਐਸਟ ਕਾਸਟ। ਠੀਕ ਹੈ, ਸਾਰੇ ਬਸ ਲੋਐਸਟ ਕਾਸਟ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਲਈ ਇਹ ਪੂਜਾ ਦਾ ਥਾਂ ਹੁੰਦਾ ਸੀਗਾ, ਰਿਲੈਕਸ ਕਰਨ ਦਾ ਥਾਂ ਸੀਗਾ, ਲੈਜ਼ਰ ਐਕਟੀਵਿਟੀ ਕਰਦੇ ਸੀਗੇ, ਗੈਦਰ। ਮਤਲਬ ਦੇਖੋ ਇਹ ਸਾਰੇ ਕੀ ਨੇ, ਕਿੰਨੀਆਂ ਐਕਟੀਵਿਟੀਜ਼ ਨੇ, ਇਹ ਸਾਰੀਆਂ ਰੇਂਜ ਆਫ ਫੰਕਸ਼ਨ ਦੇ ਵਿੱਚ ਆ ਗਈਆਂ। ਠੀਕ ਹੈ ਜੀ। ਸੋ ਇੱਥੇ ਸਟੈਪ ਵੈਲ ਦਾ ਵਿੱਚ ਤਾਂ ਹੁਣ ਤੁਸੀਂ ਕਹੋਗੇ ਸਾਰੇ ਇਹਦਾ ਪਾਣੀ ਦਾ ਆਇਆ ਨਹੀਂ, ਵਾਟਰ ਕਲੈਕਸ਼ਨ ਓਬਵੀਅਸਲੀ ਆ। ਜਦੋਂ ਖੂਹ ਹੋਣਗੇ, ਸਟੈਪ ਵੈਲਸ ਹੋਣਗੇ, ਉਹਦੇ ਵਿੱਚ ਪਾਣੀ ਤਾਂ ਹੋ ਹੀ ਗਈ। ਪਾਣੀ ਦੇ ਨਾਲ ਨਾਲ ਹੋਰ ਕੀ ਕੁਝ ਸੀਗਾ? ਪੁੱਛਿਆ ਸੀਗਾ ਰੇਂਜ ਆਫ ਫੰਕਸ਼ਨਸ, ਮਤਲਬ ਹੋ ਪਾਣੀ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਫੰਕਸ਼ਨ ਸੀ, ਹੋਰ ਕਿਹੜੇ ਕੰਮ ਸੀ? ਤਾਂ ਕੰਮ ਸਾਨੂੰ ਮਿਲ ਚੁੱਕਿਆ, ਗੈਦਰਿੰਗ, ਲੈਜ਼ਰ। ਸੋ ਇਹ ਆਨਸਰ ਸਾਡਾ ਕੀ ਹੈ? ਇਹ ਹੈ ਸਾਡਾ ਫਾਲਸ। ਓਕੇ, ਹਾਂਜੀ। ਨੈਕਸਟ ਕੁਐਸਚਨ ਹੈ ਸਾਡਾ, ਦ ਫਿਊ ਐਗਜ਼ਿਸਟਿੰਗ ਸਟੈਪ ਵੈਲਸ ਇਨ ਡੈਲੀ। ਡੈਲੀ ਦੇ ਵਿੱਚ ਕਹਿੰਦਾ ਕੁਛ ਕੁ ਨਾ ਸਟੈਪ ਵੈਲਸ ਕਹਿੰਦੇ ਹੈਗੇ ਨੇਗੇ, ਆਰ ਮੋਰ ਅਟਰੈਕਟਿਵ, ਕਿ ਜ਼ਿਆਦਾ ਅਟਰੈਕਟਿਵ ਨੇ ਦੋ ਦੈਨ ਦੋਜ਼ ਫਾਊਂਡ ਐਲਸਵੇਅਰ, ਜਿਹੜੇ ਕਿਤੇ ਹੋਰ ਮਿਲੇ ਨੇ। ਕਹਿੰਦੇ ਕੁਛ ਕੁ ਸਟੈਪ ਵੈਲਸ ਜਿਹੜੇ ਦਿੱਲੀ ਦੇ ਵਿੱਚ ਨੇਗੇ ਉਹ ਹੋਰ ਜਗ੍ਹਾ ਦੇ ਨਾਲੋਂ ਜ਼ਿਆਦਾ ਅਟਰੈਕਟਿਵ ਨੇ। ਹੁਣ ਦੇਖੀਏ ਤੇ ਹੁਣ ਜੋ ਨੈਕਸਟ ਲਾਈਨ ਹੈ, ਮੋਸਟ ਸਟੈਪ ਵੈਲਸ ਆਰ ਫਾਊਂਡ ਡਾਟਡ ਅਰਾਊਂਡ ਡੈਜ਼ਰਟ ਏਰੀਆ ਆਫ ਗੁਜਰਾਤ ਵੇਅਰ ਦੇ ਕਾਲਡ ਵਰਫ, ਐਂਡ ਰਾਜਸਥਾਨ ਵੇਅਰ ਦੇ ਆਰ ਨੋਨ ਐਜ਼ ਬਾਉਰੀ, ਵਾਈਲ ਆ ਫਿਊ ਆਲਸੋ ਸਰਵਾਈਵ ਇਨ ਡੈਲੀ। ਸਾਨੂੰ ਇਹ 'ਚ ਕੀ ਕਿਹਾ? ਕਹਿੰਦੇ ਵੀ ਕੁਛ ਕੁ ਦਿੱਲੀ ਦੇ ਵਿੱਚ ਵੀ ਹੈਗੇ ਨੇ। ਹੁਣ ਇਹਨੂੰ ਦੇਖ ਕੇ ਵੀ ਦਿੱਲੀ ਆਇਆ, ਆਪਾਂ ਆਨਸਰ ਇਹਨੂੰ ਟਰੂ ਜਾਂ ਫਾਲਸ ਨਹੀਂ ਕਹਿ ਸਕਦੇਗੇ ਵੀ ਦਿੱਲੀ ਦੇ ਵਿੱਚ ਵੀ ਹੈਗੇ ਨੇ। ਕੁਐਸਚਨ ਗੌਰ ਕਰੋ, ਕੁਐਸਚਨ ਦੇ ਵਿੱਚ ਇਹ ਕਿਹਾ ਵੀ ਦਿੱਲੀ ਦੇ ਸਟੈਪ ਵੈਲਸ ਦੂਸਰੇ ਥਾਵਾਂ ਦੇ ਸਟੈਪ ਵੈਲ ਦੇ ਨਾਲੋਂ ਜ਼ਿਆਦਾ ਅਟਰੈਕਟਿਵ ਨੇ। ਕੀ ਨੇਗੇ? ਮੋਰ ਅਟਰੈਕਟਿਵ ਨੇਗੇ। ਕਿ ਇਹਦੇ ਵਿੱਚ ਜਿਹੜੀ ਲਾਈਨ ਹੈ ਕਿਤੇ ਇੱਥੇ ਜਾਂ ਨੈਕਸਟ ਲਾਈਨ ਜਿਵੇਂ ਸਮ ਵਰ ਲੋਕੇਟਡ ਇਨ ਔਰ ਨੀਅਰ ਵਿਲੇਜਸ, ਇਹਦੇ ਵਿੱਚ ਕਿਤੇ ਅਟਰੈਕਟਿਵ ਦੀ ਗੱਲ ਕੀਤੀ ਹੋਈ ਹੈ ਵੀ ਦਿੱਲੀ ਵਾਲੇ ਜ਼ਿਆਦਾ ਅਟਰੈਕਟਿਵ ਸੀਗੇ?
नहीं जी, बिल्कुल भी नहीं कीती होएगी। सो ये आंसर जिहड़ा है साडा, इनू असी की कहांगे, नॉट गिवन कहांगे इनू आपां, क्योंकि इहदी गल नहीं कीती होई। नैक्सट क्वेश्चन के उपर आ जाओ। इट टुक वर्कर्स मैनी ईयर्स, वर्कर्स नू बहुत साल लग गए, की लग गए, मैनी ईयर्स। सो ईयर्स ने गे ਤਾਂ ਹੁਣ ਈਅਰ ਵੀ ਕਿਹਨੇ ਨੇ, ਜ਼ਿਆਦਾ ਨੇ, ਤਾਂ ਇਹ ਕੀਵਰਡ ਹੈ ਕਿ ਜ਼ਿਆਦਾ ਹੋਣੇ ਚਾਹੀਦੇ ਨੇ। ਟੂ ਬਿਲਡ ਦਾ ਸਟੋਨ ਸਟੈਪਸ, ਉਹਨਾਂ ਨੂੰ ਜਿਹੜੇ ਸਟੋਨ ਸਟੈਪਸ ਨੇਗੇ, ਪੱਥਰ ਦੇ ਜਿਹੜੇ ਆ ਪੌੜੀਆਂ ਨੇਗੀਆਂ, ਸਟੈਪਸ ਨੇਗੇ, ਉਹ ਬਣਾਉਣ ਦੇ ਵਿੱਚ ਬਹੁਤ ਸਾਰੇ ਸਾਲ ਲੱਗ ਗਏ। ਕਰੈਕਟਰਿਸਟਿਕਸ ਆਫ ਸਟੈਪ ਵੈਲ, ਸਟੈਪ ਵੈਲ ਦੇ ਜਿਹੜੇ ਮੇਨ ਸਟੈਪਸ ਨੇਗੇ ਪੱਥਰ ਦੇ, ਉਹਨਾਂ ਨੂੰ ਬਣਾਉਣ ਦੇ ਵਿੱਚ ਵਰਕਰਸ ਨੂੰ ਬਹੁਤ ਸਾਲ ਲੱਗ ਗਏ। ਕੀ ਇਹ ਗੱਲ ਬਿਲਕੁਲ ਸਹੀ ਆ? ਹੁਣ ਆਪਾਂ ਨੈਕਸਟ ਪੈਰਾਗ੍ਰਾਫ ਦੇ ਵਿੱਚ ਆ ਕੇ ਦੇਖੀਏ। ਐਜ਼ ਦੇਅਰ ਨੇਮ ਸਜੈਸਟਸ, ਕਹਿੰਦੇ ਜਿਵੇਂ ਸਾਨੂੰ ਨਾਮ ਦੱਸਦੇ ਆ, ਸਟੈਪ ਵੈਲਸ ਕੰਪਰਾਈਜ਼ ਅ ਸੀਰੀਜ਼ ਆਫ ਸਟੋਨ ਸਟੈਪਸ। ਆਪਾਂ ਖੁਸ਼ ਹੋ ਜਾਵਾਂਗੇ, ਲੈ ਵੀ ਸਟੋਨ ਸਟੈਪ ਵੀ ਹੈਗਾ ਸਾਡੇ ਕੋਲੇ। ਪਰ ਸਾਡਾ ਸਵਾਲ ਸਟੋਨ ਸਟੈਪ ਦਾ ਨਹੀਂ ਹੈਗਾ, ਸਾਡਾ ਸਵਾਲ ਇਹ ਹੈਗਾ ਕਿ ਸਟੋਨ ਸਟੈਪਸ ਨੂੰ ਬਣਾਉਣ ਦੇ ਵਿੱਚ ਕਈ ਸਾਲ ਲੱਗ ਗਏ ਵਰਕਰਸ ਨੂੰ, ਕਈ ਸਾਲ। ਕੀ ਇਹੀ ਲੱਗਿਆ? ਐਜ਼ ਦਾ ਨੇਮ ਸਜੈਸਟ, stepwell comprise a series of stone steps descending from ground level to water source as it recedes following the rains। ਹੁਣ ਇਹਦੇ ਵਿੱਚ ਸਾਡੇ ਕੋਲ ਇਹ ਦੱਸਿਆ ਕਿ ਸਟੈਪ ਵੈਲ ਦੇ ਵਿੱਚ ਕਈ ਤਰ੍ਹਾਂ ਦੇ ਸਟੋਨ ਪੱਥਰ ਹੁੰਦੇ ਨੇ ਜਿਹੜੇ ਗਰਾਊਂਡ ਲੈਵਲ ਤੱਕ ਜਾਂਦੇ ਨੇਗੇ, ਤਾਂ ਕਿ ਵੀ ਜਿਵੇਂ ਬਾਰਿਸ਼ ਜਦੋਂ ਹੁੰਦੀ ਹੈਗੀ ਉਸ ਤੋਂ ਉਦੋਂ ਉਹ ਦਿਖਣੋਂ ਹਟ ਜਾਂਦੇ ਨੇਗੇ। ਠੀਕ ਆ, ਗੱਲ ਕੀਤੀ ਸਟੋਨ ਪੱਥਰ ਦੀ, ਤਾਂ ਸਟੋਨ ਸਟੈਪਸ ਦੀ ਗੱਲ ਕੀਤੀ ਹੋਈ ਹੈ, ਪਰ ਕਿੰਨੇ ਕੁ ਸਾਲ ਲੱਗੇ, ਕਿੰਨਾ ਕੁ ਸਮਾਂ ਲੱਗਿਆ, ਤਾਂ ਸਾਡੇ ਕੋਲ ਦੱਸਿਆ ਹੀ ਨਹੀਂ ਗਿਆ ਇਸ ਪੈਰਾਗ੍ਰਾਫ ਦੇ ਵਿੱਚ, ਬਿਲਕੁਲ ਵੀ ਨਹੀਂ ਹੈ। ਇਸੇ ਕਰਕੇ ਇਹ ਵੀ ਸਾਡਾ ਆਨਸਰ ਕੀ ਕਹਿਲਾਊਗਾ, ਨॉट गिवन। ਹੁਣ ਨੈਕਸਟ ਕੁਐਸਚਨ ਹੈ, ਦ ਨੰਬਰ ਆਫ ਸਟੈਪਸ ਅਬਵ ਦਾ ਵਾਟਰ ਲੈਵਲ, ਨੰਬਰ ਆਫ ਸਟੈਪਸ, ਜਿਹੜੀ ਸਟੈਪਸ ਦੀ ਗਿਣਤੀ ਹੈ ਅਬਵ ਦਾ ਵਾਟਰ ਲੈਵਲ ਇਨ ਅ ਸਟੈਪ ਵੈਲ ਆਲਟਰ, ਆਲਟਰ ਦਾ ਮਤਲਬ ਨਾ ਬਦਲ ਜਾਂਦੇ ਹੈਗੇ, ਚੇਂਜ ਆ ਜਾਂਦਾ ਡਿਊਰਿੰਗ ਦਾ ਕੋਰਸ ਆਫ ਅ ਈਅਰ। ਕੋਰਸ ਆਫ ਦਾ ਇਹ ਸਾਰੇ ਸਾਲ ਦੇ ਵਿੱਚ, ਕਹਿੰਦਾ ਜਦੋਂ ਕੋਰਸ ਆਫ ਦਾ ਈਅਰ ਜੋ ਸਾਰਾ ਸਾਲ ਹੁੰਦਾ ਹੈਗਾ, ਸਾਰੇ ਸਾਲ ਦੇ ਵਿੱਚ ਸਟੈਪਸ ਦੀ ਗਿਣਤੀ ਜੋ ਪਾਣੀ ਦੇ ਉੱਪਰ ਹੈ ਉਹ ਆਲਟਰ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਸਮਝ ਗਏ? ਆਲਟਰ ਮਤਲਬ ਚੇਂਜ ਹੋਣਾ। ਦੁਬਾਰਾ ਫਿਰ ਦੱਸ ਦਵਾਂ, ਕਹਿੰਦੇ ਪੂਰੇ ਦੇ ਪੂਰੇ ਸਾਲ ਦੇ ਵਿੱਚ ਜਿਹੜੇ ਵੀ ਪਾਣੀ ਦੇ ਉੱਪਰ ਸਟੈਪਸ ਦੀ, ਪੌੜੀਆਂ ਦੀ ਗਿਣਤੀ ਹੁੰਦੀ ਹੈਗੀ, ਉਹ ਬਦਲਦੀ ਰਹਿੰਦੀ ਹੈ, ਆਲਟਰ ਹੁੰਦੀ ਰਹਿੰਦੀ ਹੈਗੀ। ਹੁਣ ਆਪਾਂ ਪੜ੍ਹਦੇ ਆਂਗੇ ਨੈਕਸਟ ਕੁਐਸਚਨ ਦੇ ਵਿੱਚ, ਨੈਕਸਟ ਪੈਰਾਗ੍ਰਾਫ ਦੇ ਵਿੱਚ। when the water level was high, ਕਹਿੰਦਾ ਜਦੋਂ ਪਾਣੀ ਦਾ ਲੈਵਲ ਹਾਈ ਸੀ, the user needed to descend a few steps to reach it, ਤਾਂ ਪਾਣੀ ਤੱਕ ਪਹੁੰਚਣ ਦੇ ਲਈ ਕੀ ਕਰਨਾ ਪੈਣਾ ਸੀ ਯੂਜ਼ਰ ਨੂੰ, ਜਿਹਨੇ ਪਾਣੀ ਲੈਣਾ ਸੀਗਾ, ਡਿਸੈਂਡ ਉਤਰਨਾ, ਮਤਲਬ ਕੁਝ ਕੁ ਸਟੈਪ ਸੀ ਉਹਨੂੰ ਹੇਠਾਂ ਉਤਰਨੇ ਪਏ। when it was low, ਪਰ ਜਦੋਂ ਪਾਣੀ ਦਾ ਲੈਵਲ ਘੱਟ ਹੁੰਦਾ ਹੈਗਾ, several levels would have to be negotiated, ਤਾਂ ਕਹਿੰਦੇ ਕਈ ਸਟੈਪ ਸਾਨੂੰ ਹੇਠਾਂ ਉਤਰਨੇ ਪੈਣਗੇ। ਦੁਬਾਰਾ ਸੁਣੋ, ਕਹਿੰਦੇ ਜੋ ਪਾਣੀ ਦਾ ਲੈਵਲ ਅਪ ਹੁੰਦਾ ਹੈਗਾ ਤਾਂ ਕੁਛ ਕੁ ਪੌੜੀਆਂ ਹੀ ਚੜ੍ਹਨੀਆਂ ਪੈਂਦੀਆਂ ਨੇ, ਉਤਰਨੀਆਂ ਪੈਂਦੀਆਂ ਨੇ, ਪਰ ਜਦੋਂ ਪਾਣੀ ਦਾ ਲੈਵਲ ਲੋ ਹੁੰਦਾ ਹੈਗਾ ਤਾਂ ਕਈ ਸਟੈਪਸ ਨੇ ਜਿਹੜੇ ਉਹ ਹੇਠਾਂ ਉਤਰਨੇ ਪੈਂਦੇ ਨੇ। ਇਹਦਾ ਮਤਲਬ ਹਾਂਜੀ ਬਿਲਕੁਲ ਸਹੀ ਆ, ਸਟੈਪਸ ਦੀ ਗਿਣਤੀ ਜਿਹੜੀ ਪਾਣੀ ਦੇ ਉੱਪਰ ਹੈ ਉਹਦੀ ਗਿਣਤੀ ਘਟਦੀ ਵੱਧਦੀ ਰਹਿੰਦੀ ਹੈਗੀ। ਸੋ ਇਹ ਆਨਸਰ ਸਾਡਾ ਬਿਲਕੁਲ ਕੀ ਹੈ, ਇਹ ਟਰੂ ਹੈ ਜੀ ਇਹ। ਓਕੇ, ਸੋ ਇਹ ਸੀਗੇ ਸਾਡੇ ਕੁਝ ਕੁਐਸਚਨ। ਹੁਣ ਇਸ ਤੋਂ ਬਾਅਦ ਵੀ ਹੈ ਕੁਝ ਕੁਐਸਚਨਸ ਹੋਰ ਨੇ ਸਾਡੇ ਕੋਲੇ, ਤੇ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆਉਣਗੇ ਇਹ। ਔਰ ਅਸੀਂ 5 ਕੁਐਸਚਨ ਕਰ ਚੁੱਕੇ ਨੇਗੇ, ਕੁਛ ਕੁ ਜਿਹੜੇ ਪੈਰਾਗ੍ਰਾਫਸ ਇਸ ਪੈਸੇਜ ਦੇ ਰਹਿ ਗਏ ਸੀ ਉਹ ਵੀ ਤੁਹਾਨੂੰ ਹੁਣ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇਗੇ, ਪਰ ਇਹਨਾਂ ਦੇ ਵਿੱਚ ਕੋਈ ਵੀ ਪੈਰਾਗ੍ਰਾਫ ਨਹੀਂ ਸੀਗਾ, ਕੋਈ ਵੀ ਕੁਐਸਚਨ ਸਾਡਾ ਨਹੀਂ ਸੀ, ਇਸੇ ਕਰਕੇ ਸਾਨੂੰ ਇਹਨਾਂ ਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਪਈ। ਉਸ ਤੋਂ ਬਾਅਦ ਹੈ ਸਾਡਾ ਨੈਕਸਟ ਪੈਸੇਜ, ਇਹਦੇ ਵਿੱਚ ਵੀ ਆਪਾਂ ਟਰੂ ਐਂਡ ਫਾਲਸ ਕਰਾਂਗੇ। ਸੇਮ ਰੀਡਿੰਗ ਦਾ ਇਹ ਸੈਕਿੰਡ ਪੈਸੇਜ ਹੈਗਾ ਇਹ, ਔਰ ਪੈਸੇ ਦਾ ਨਾਮ ਹੈ ਯੂਰਪੀਅਨ ਟਰਾਂਸਪੋਰਟ ਸਿਸਟਮਸ 1990 to 2010। ਅਗਰ ਤੁਸੀਂ ਇਸੇ ਤਰ੍ਹਾਂ ਦੀਆਂ ਨਾ ਰੀਡਿੰਗਸ ਹੋਰ ਚਾਹੁੰਦੇ ਹੋਗੇ ਤਾਂ ਜੁੜੇ ਰਹੀਓ YouTube ਦੇ ਜ਼ਰੀਏ। ਆਪਣਾ ਫਾਇਦਾ ਤੁਸੀਂ ਕਰਨ ਤੋਂ ਬਾਅਦ ਦੂਸਰਿਆਂ ਦਾ ਫਾਇਦਾ ਵੀ ਕਰੋ ਤੁਸੀਂ। ਔਰ ਇਸੇ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਰੀਡਿੰਗਸ ਤੁਹਾਨੂੰ ਇਸ ਤਰ੍ਹਾਂ ਸਟੈਪ ਬਾਈ ਸਟੈਪ ਤੁਹਾਡੇ ਨਾਲ ਡਿਸਕਸ ਕਰਦੇ ਰਹਾਂਗੇ। ਪਹਿਲਾਂ ਟਰੂ ਐਂਡ ਫਾਲਸ ਕੀਤੇ, ਇਸ ਤੋਂ ਬਾਅਦ ਹੋਰ ਕੈਟੇਗਰੀ ਆਪਾਂ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਜੇ ਤੁਸੀਂ ਸਾਡੇ ਨਾਲ ਪਰਸਨਲੀ ਵੀ ਜੁੜਨਾ ਚਾਹੁੰਦੇ ਹੋਗੇ, ਔਨਲਾਈਨ ਲਾਈਵ ਕਲਾਸਿਸ ਜਾਂ ਆਫਲਾਈਨ ਲਾਈਵ ਕਲਾਸਿਸ ਤੁਸੀਂ ਲੈਣਾ ਚਾਹੁੰਦੇ ਹੋਗੇ, ਤਾਂ ਤੁਸੀਂ ਹੇਠਾਂ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਨਾਲ ਜੁੜਨ ਦੇ ਜੋ ਤਰੀਕੇ ਦੱਸੇ ਹੋਏ ਨੇ ਤੁਸੀਂ ਉੱਥੇ ਲਿੰਕ ਕਰ ਸਕਦੇ ਹੋ। ਐਪ ਦੇ ਥਰੂ, ਜੋ ਮੋਬਾਈਲ ਐਪ ਹੈ ਆਪਣੀ ਵਿਦਿਆ ਕਲਾਸਿਸ, ਉਹਦੇ ਥਰੂ ਤੁਸੀਂ ਸਾਡੇ ਨਾਲ ਲਿੰਕ ਕਰ ਸਕਦੇ ਹੋ। ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋਗੇ। ਇਸ ਤੋਂ ਇਲਾਵਾ ਫੇਸਬੁੱਕ, ਇੰਸਟਾਗ੍ਰਾਮ ਔਰ ਹਰ ਇੱਕ ਜਗ੍ਹਾ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ। ਡਿਸਕ੍ਰਿਪਸ਼ਨ ਬਾਕਸ ਵਿੱਚ ਜਾਓ, ਤੁਹਾਨੂੰ ਸਭ ਕੁਝ ਮਿਲ ਜੂ ਤੁਹਾਡੇ ਕੰਮ ਦਾ। ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਟਰੂ ਐਂਡ ਫਾਲਸ, ਜੋ ਸਾਡਾ ਨੈਕਸਟ ਕੁਐਸਚਨ ਹੈ। ਫਸਟ ਕੁਐਸਚਨ ਹੈ ਸਾਡਾ 22nd, ਦ ਨੀਡ ਫॉर ਟਰਾਂਸਪੋਰਟ ਇਜ਼ ਗਰੋਇੰਗ। ਕਹਿੰਦੇ
ਟਰਾਂਸਪੋਰਟ ਦੀ ਨਾ ਲੋੜ ਸਾਨੂੰ ਵੱਧ ਰਹੀ ਹੈਗੀ, ਟਰਾਂਸਪੋਰਟ ਦੀ ਲੋੜ ਵੱਧ ਰਹੀ ਹੈਗੀ। ਤਾਂ ਸਾਡਾ ਪਹਿਲਾ ਜੋ ਹੈ ਕੀਵਰਡ ਜਿਹੜਾ ਆਪਾਂ ਧਿਆਨ ਰੱਖਣਾ ਕਿ ਟਰਾਂਸਪੋਰਟ ਦੀ ਲੋੜ ਵੱਧ ਰਹੀ ਹੈ, ਠੀਕ ਹੈ, ਡਿਸਪਾਈਟ ਟੈਕਨੋਲੋਜੀਕਲ ਡਿਵੈਲਪਮੈਂਟ। ਚਾਹੇ ਕਹਿੰਦੇ ਟੈਕਨੋਲੋਜੀ ਡਿਵੈਲਪਮੈਂਟ ਹੋ ਗਈ, ਚਾਹੇ ਦੇਖੋ ਡਿਸਪਾਈਟ ਵਰਡ ਇੱਥੇ ਖਾਸ ਹੈਗਾ, ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਕਹਿੰਦੇ ਚਾਹੇ ਟੈਕਨੋਲੋਜੀਕਲ ਡਿਵੈਲਪਮੈਂਟ ਹੋਈ ਹੈਗੀ, ਪਰ ਟਰਾਂਸਪੋਰਟ ਦੀ ਲੋੜ ਫਿਰ ਵੀ ਵੱਧ ਰਹੀ ਹੈਗੀ। ਹੁਣ ਆਪਾਂ ਵੇਖਦੇ ਹਾਂ ਇਹਨੂੰ ਕਿੱਥੇ ਮਿਲਣਾ ਹੈਗਾ, ਕਿਉਂਕਿ ਸਟਾਰਟਿੰਗ ਦੇ ਵਿੱਚ ਆ ਦੇਖੋ ਡਿਸਪਾਈਟ ਨਾ ਜਿਹੜੇ ਲਿੰਕਰਸ ਹੁੰਦੇ ਨੇਗੇ, ਜਿਵੇਂ ਆਹ ਡਿਸਪਾਈਟ ਹੈ, ਇਹਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਇਹਦੇ ਨਾਲ ਮੈਚ ਕਰਦਾ ਹੋਇਆ ਵਰਡ ਤੁਹਾਨੂੰ ਮਿਲੇਗਾ ਹੀ ਮਿਲੇਗਾ, ਕਿਉਂਕਿ ਦੋ ਸੈਂਟੈਂਸ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ, ਲਿੰਕ ਕਰਨ ਦਾ ਕੰਮ ਕਰੇ, ਇਸੇ ਕਰਕੇ ਸਾਨੂੰ ਇਹ ਵਰਡ ਕਿਸੇ ਨਾ ਕਿਸੇ ਵੇ ਦੇ ਨਾਲ ਮਿਲੇਗਾ ਹੀ ਮਿਲੇਗਾ। ਹੁਣ ਆਪਾਂ ਫਸਟ ਲਾਈਨ ਪੜ੍ਹੀ ਜਦੋਂ, ਵਟ ਹੈਵ ਬੀਨ ਟ੍ਰੈਂਡਸ, ਵਟ ਹੈਵ ਬੀਨ ਟ੍ਰੈਂਡ, ਕਹਿੰਦੇ ਟ੍ਰੈਂਡ ਜੋ ਚੱਲ ਰਿਹਾ ਹੈਗਾ, ਉਹੀ ਗੱਲ ਆ, ਗਰੋ ਹੋ ਰਿਹਾ ਹੈਗਾ। ਵਟ ਆਰ ਦਾ ਪ੍ਰੋਸਪੈਕਟਸ ਫॉर यूरोपियन ट्रांसपोर्ट सिस्टम, ਇਹ ਸਾਡਾ ਹੈਡਿੰਗ ਹੈਗਾ। ਇਟ ਇਜ਼ ਡਿਫਿਕਲਟ ਟੂ ਕੰਸੀਵ ਅ ਵਿਗਰਸ ਇਕਨੋਮਿਕ ਗਰੋਥ ਵਿਦਆਊਟ ਐਨ ਐਫੀਸ਼ੀਐਂਟ ਟਰਾਂਸਪੋਰਟ ਸਿਸਟਮ। ਦੇਖੋ ਸਾਡਾ ਟਰਾਂਸਪੋਰਟ ਦੀ ਗੱਲ ਸਾਨੂੰ ਪਹਿਲੀ ਲਾਈਨ ਦੇ ਵਿੱਚ ਹੀ ਆ ਗਈ। ਹੁਣ ਇੱਥੇ ਆ ਗਿਆ ਆਲਦੋ, ਦੇਖੋ ਆਲਦੋ ਆ ਗਿਆ ਨਾ, ਆਲਦੋ ਮਤਲਬ, ਆਲਦੋ ਦਾ ਮਤਲਬ ਵੀ ਭਾਵੇਂ ਹੁੰਦਾ ਚਾਹੇ ਹੁੰਦਾ, ਤੇ ਡਿਸਪਾਈਟ ਦਾ ਮਤਲਬ ਵੀ ਭਾਵੇਂ ਤੇ ਚਾਹੇ ਹੁੰਦਾ, ਸੇਮ ਵਰਡ ਆ ਗਿਆ ਨਾ। ਆਲਦੋ ਮਾਡਰਨ ਇਨਫੋਰਮੇਸ਼ਨ, ਇਹ ਗੱਲ ਗੌਰ ਕਰਿਓ, ਮੇਰੀ ਨੋਟ ਕਰਕੇ ਰੱਖ ਲਓ, ਜਿਹੜੇ ਲਿੰਕਰਸ ਹੁੰਦੇ ਨੇ ਨਾ ਉਹ ਲਗਭਗ ਸਾਨੂੰ ਸੇਮ ਜਾਂ ਉਹਦੇ ਨਾਲ ਮੈਚ ਕਰਦੇ ਹੋਏ ਮਿਲਦੇ ਹੀ ਮਿਲਦੇ ਨੇਗੇ। Although modern information technologies can reduce the demand for physical transport by facilitating teleworking and teleservices, ਇਹਦਾ ਮਤਲਬ ਕੀ ਹੈ, ਇਹਦੇ ਚਾਹੇ ਮਾਡਰਨ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਫਿਜ਼ੀਕਲੀ ਟਰਾਂਸਪੋਰਟ ਦੀ ਮਤਲਬ ਫਿਜ਼ੀਕਲੀ ਜਾਣਾ ਜਾਂ ਵਹੀਕਲ ਦਾ ਚੱਲਣਾ, ਕਹਿੰਦੇ ਉਹ ਘੱਟ ਸਕਦੇ, ਉਹਦੀ ਡਿਮਾਂਡ ਘੱਟ ਸਕਦੀ ਹੈਗੀ। ਬਾਈ ਫੈਸਿਲਿਟੇਟਿੰਗ ਕਿਸ ਤਰ੍ਹਾਂ, ਟੈਲੀਵਰਕਿੰਗ ਕਰਕੇ ਜਾਂ ਟੈਲੀ ਸਰਵਿਸਿਜ਼ ਮਤਲਬ ਫੋਨ ਦੇ ਰਾਹੀਂ ਜਾਂ ਇੰਟਰਨੈਟ ਦੇ ਥਰੂ ਹੀ ਕੰਮ ਕਰਕੇ ਫਿਜ਼ੀਕਲ ਟਰਾਂਸਪੋਰਟ ਜਿਹੜਾ ਹੈ ਜਾਂ ਰੋਡ ਦੇ ਉੱਪਰ ਜਾਣਾ ਜਾਂ ਖੁਦ ਜਾਣਾ ਗਾ, ਉਹ ਕਹਿੰਦੇ ਘੱਟ ਸਕਦੀ ਹੈ। ਇਹ ਤਾਂ ਹੋ ਗਈ ਅੱਧੀ ਲਾਈਨ, ਇਹ ਤਾਂ ਲਾਈਨ ਮੈਚ ਕਰ ਗਈ ਡਿਸਪਾਈਟ ਟੈਕਨੋਲੋਜੀਕਲ ਐਡਵਾਂਸਮੈਂਟ ਦਾ ਰਿਕੁਆਇਰਮੈਂਟ ਫॉर ਟਰਾਂਸਪੋਰਟ ਕੰਟੀਨਿਊਸ ਟੂ ਇਨਕਰੀਜ਼, ਕਹਿੰਦੇ ਫਿਰ ਵੀ ਕਹਿੰਦੇ ਕੀ ਹੈ, ਰਿਕੁਆਇਰਮੈਂਟ ਜਿਹੜੀ ਹੈ ਉਹ ਲਗਾਤਾਰ ਇਨਕਰੀਜ਼ ਹੋ ਰਹੀ ਹੈ, ਲਗਾਤਾਰ ਵੱਧ ਰਹੀ ਹੈ। ਬਿਲਕੁਲ ਦੇਖੋ ਸੇਮ ਚੀਜ਼ ਹੈਗੀ, ਇਹਨੇ ਕਿਹਾ ਸੀ ਰਿਕੁਆਇਰਮੈਂਟ ਫॉर ਟਰਾਂਸਪੋਰਟ ਕੰਟੀਨਿਊਸ ਟੂ ਇਨਕਰੀਜ਼, ਇਹਦੇ ਵਿੱਚ ਵੀ ਕਿਹਾ ਸੀ ਨੀਡ ਫॉर, ਬਸ ਉੱਥੇ ਰਿਕੁਆਇਰਮੈਂਟ ਸੀ, ਇੱਥੇ ਨੀਡ ਆ ਗਿਆ। ਟਰਾਂਸਪੋਰਟ ਦੇ ਲਈ ਕੰਟੀਨਿਊ ਟੂ ਇਨਕਰੀਜ਼ ਇੱਥੇ ਲਿਖਿਆ ਹੋਇਆ ਇਜ਼ ਗਰੋਇੰਗ, ਬਿਲਕੁਲ ਸੇਮ ਸਾਡਾ ਇਹ ਮੀਨਿੰਗ ਹੈ, ਇਸੇ ਕਰਕੇ ਇਹ ਆਨਸਰ ਸਾਡਾ ਕੀ ਬਣ ਗਿਆ, ਇੱਥੇ ਟਰੂ ਬਣ ਗਿਆ। ਸੈਕੰਡ ਕੁਐਸਚਨ ਦੇ ਉੱਪਰ ਜਾਓ, 23rd ਦੇ ਉੱਪਰ ਜਿਵੇਂ ਹੈ, ਟੂ ਰਿਡਿਊਸ ਪ੍ਰੋਡਕਸ਼ਨ ਕਾਸਟ, ਪ੍ਰੋਡਕਸ਼ਨ ਦੀ ਕੀਮਤ ਜਾਂ ਖਰਚੇ ਨੂੰ ਘਟਾਉਣ ਦੇ ਲਈ, ਕਿਹਨੂੰ ਘਟਾਉਣ ਦੇ ਲਈ, ਪ੍ਰੋਡਕਸ਼ਨ ਕਾਸਟ ਨੂੰ। some industries have been moved closer to their relevant customers, ਕੁਛ ਕੁ ਨਾ ਜਿਹੜੇ ਇੰਡਸਟਰੀਜ਼ ਨੇ, ਕੁਛ ਕੁ ਇੰਡਸਟਰੀਜ਼ ਦੇਖੋ ਗੌਰ ਕਰੋ, ਇੱਥੇ ਸਮ ਹੈਗਾ, ਸਾਰੀਆਂ ਨਹੀਂ, ਸਪੈਸ਼ਲ ਦੱਸਿਆ ਹੋਇਆ ਇੰਡਸਟਰੀ ਮੂਵ ਤਾਂ ਕਰ ਗਈ। ਅਗਰ ਤੁਹਾਨੂੰ ਲੋਕੇਸ਼ਨ ਜਿੱਥੇ ਮਿਲੀ ਉੱਥੇ ਸਿਰਫ ਇੰਡਸਟਰੀਜ਼ ਲਿਖਿਆ ਹੋਵੇ ਤਾਂ ਇਹ ਆਨਸਰ ਗਲਤ ਕਹਿਲਾਊਗਾ, ਕਿਉਂਕਿ ਇੱਥੇ ਲਿਖਿਆ ਹੋਇਆ ਸਮ, ਸਮ ਮਤਲਬ ਕੁਛ ਕੁ, ਸਾਰੀਆਂ ਨਹੀਂ, ਅੱਧੀਆਂ ਨਹੀਂ, ਕੁਛ ਕੁ ਇੰਡਸਟਰੀਜ਼ ਕਲੋਜ਼ਰ ਹੋ ਗਈਆਂ ਨੇ ਜਾਂ ਨੇੜੇ ਹੋ ਚੁੱਕੀਆਂ ਨੇ, ਕਿਹਦੇ ਨਜ਼ਦੀਕ ਹੋ ਚੁੱਕੀਆਂ ਨੇ, ਟੂ ਦੇਅਰ ਰੈਲੀਵੈਂਟ ਕਸਟਮਰ, ਆਪਣੇ ਕਸਟਮਰ ਜਿਹੜੇ ਰੈਲੀਵੈਂਟ ਕਸਟਮਰ ਨੇ, ਜਿਹੜੇ ਉਹਨਾਂ ਨਾਲ ਰਿਲੇਟਡ ਨੇ, ਉਹਨਾਂ ਦੇ ਨਜ਼ਦੀਕ ਮੂਵ ਹੋ ਚੁੱਕੇ ਨੇਗੇ। ਕੀ ਆਨਸਰ ਇਹ ਸਹੀ ਹੈ ਜਾਂ ਗਲਤ ਹੈਗਾ, ਚਲੋ ਆਪਾਂ ਦੇਖਦੇ ਹਾਂਗੇ। ਹੁਣ ਇਹਦੇ 'ਚ ਕੀਵਰਡ ਆਪਾਂ ਨੂੰ ਮਿਲ ਹੀ ਚੁੱਕਿਆ ਹੈਗਾ, ਇਹਦੇ ਵਿੱਚ ਸਾਡੇ ਕੋਲ ਵਰਡ ਆ ਗਿਆ ਇੰਡਸਟਰੀ ਆ ਗਿਆ, ਕੰਜ਼ਿਊਮਰ ਆ ਗਿਆ, ਕਾਸਟ ਵਗੈਰਾ ਆ ਗਿਆ। ਹੁਣ ਆਪਾਂ ਮੋਟਾ ਮੋਟਾ ਦੇਖੀਏ, ਇਹ ਪੈਰਾਗ੍ਰਾਫ 'ਚ ਨਹੀਂ ਹੈ, ਕਿ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਹੈ, ਬੀ ਦੇ ਵਿੱਚ ਆਪਾਂ ਮੋਟਾ ਮੋਟਾ ਦੇਖੀਏ, ਗਰੋਥ ਇਜ਼ ਡਿਊ ਟੂ ਦਾ ਲਾਰਜ ਐਕਸਟੈਂਟ ਯੂਰੋਪੀਅਨ ਇਕੋਨਮੀ, ਨਹੀਂ ਆਇਆ, ਹਜੇ ਵੀ ਨਹੀਂ ਆਇਆ। ਤੁਸੀਂ ਮੇਰੇ ਨਾਲ ਹੀ ਰੀਡ ਕਰਦੇ ਰਹੋ, ਸਕੈਨਿੰਗ ਕਰੋ ਜਿਵੇਂ ਮੈਂ ਕਰ ਰਿਹਾ ਹੈਗਾ, ਸਕੈਨਿੰਗ ਕਰੋ। ਲੋ ਜੀ ਇੰਡਸਟਰੀ ਆ ਗਈ, ਦੇਖੋ ਇੰਡਸਟਰੀ ਜਿੱਥੇ ਆ ਗਈ ਉਹ ਲਾਈਨ ਆਪਾਂ, ਕਿਉਂਕਿ ਸਾਨੂੰ ਇੱਕ ਵਰਡ ਮਿਲ ਗਿਆ, ਵਰਡ ਮਿਲਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਨਸਰ ਸਾਨੂੰ ਮਿਲ ਗਿਆ। ਆਨਸਰ ਲੱਭਣ ਦੇ ਲਈ ਸਾਨੂੰ ਵੀ ਟਰੂ ਫਾਲਸ ਕਰਨ ਦੇ ਲਈ ਸਾਨੂੰ ਸਾਰਾ ਰੀਡ ਕਰਨਾ ਪੈਣਾ। ਆਪਾਂ ਇੱਕ ਵਾਰੀ ਲੋਕੇਸ਼ਨ ਮਿਲ ਲਈ, ਹੁਣ ਆਏ ਕਰੋ ਮੇਰੇ ਕਹੇ ਦੇ ਉੱਪਰ ਦੁਬਾਰਾ ਫਿਰ ਤੁਸੀਂ ਦੁਬਾਰਾ ਫਿਰ ਕੁਐਸਚਨ ਨੂੰ ਪੜ੍ਹੋ। ਕੁਐਸਚਨ ਇਹ ਸੀਗਾ ਕਿ ਆਪਣੀ ਪ੍ਰੋਡਕਸ਼ਨ ਦੀ ਕਾਸਟ ਨੂੰ ਘਟਾਉਣ ਵਾਸਤੇ ਕੁਛ ਕੁ ਇੰਡਸਟਰੀਜ਼, ਕੁਛ ਕੁ ਸਾਰੀਆਂ ਨਹੀਂ, ਕੁਛ ਕੁ ਇੰਡਸਟਰੀਜ਼ ਰੈਲੀਵੈਂਟ ਕਸਟਮਰ ਦੇ ਨਜ਼ਦੀਕ ਹੋ ਚੁੱਕੀਆਂ ਨੇ, ਉਹਨਾਂ ਦੇ ਨੇੜੇ ਹੋ ਗਈਆਂ ਉਹਨਾਂ ਦੇ। ਤਾਂ ਹੁਣ ਦੇਖੋ, ਦਿਸ ਫਿਨੋਮੀਨਾ ਹੈਜ਼ ਬੀਨ ਐਮਫੇਸਾਈਜ਼ਡ ਬਾਈ ਦਾ ਰੀਲੋਕੇਸ਼ਨ। ਦੇਖੋ ਰੀਲੋਕੇਸ਼ਨ ਦਾ ਮਤਲਬ ਵੀ ਉਹੀ ਹੁੰਦਾ, ਵੈਸੇ ਤਾਂ ਜਗ੍ਹਾ ਬਦਲਣੀ ਹੁੰਦੀ ਹੈ। ਰੀਲੋਕੇਸ਼ਨ ਦਾ ਮਤਲਬ ਕੀ ਹੁੰਦਾ ਹੈਗਾ, ਜਗ੍ਹਾ ਬਦਲਣੀ। of some industries particularly those which are labor intensive, ਧਿਆਨ ਨਾਲ ਦੇਖੋ, ਸਿਰਫ ਉਹ ਰੀਲੋਕੇਟ ਹੋਈਆਂ ਨੇਗੀਆਂ। ਦਾ ਫਿਨੋਮੀਨਾ ਹੈਜ਼ ਬੀਨ ਐਮਫੇਸਾਈਜ਼ਡ, ਇਹ ਫਿਨੋਮੀਨਾ ਜਿਹੜਾ ਕਨਸੈਪਟ ਹੈ ਉਹ ਇਸ ਚੀਜ਼ ਦੇ ਨਾਲ ਐਮਫੇਸਾਈਜ਼ ਹੋ ਰਿਹਾ ਹੈਗਾ। ਬਾਏ ਦਾ ਰੀਕੂਲੇਸ਼ਨ ਆਫ ਸਮ ਇੰਡਸਟਰੀ, ਕੁਛ ਕੁ ਇੰਡਸਟਰੀਜ਼ ਰੀਲੋਕੇਟ ਹੋਈਆਂ। ਆਪਾਂ ਕਹਾਂਗੇ ਕੁਛ ਕੁ ਇੰਡਸਟਰੀਜ਼
ਸਾਡੇ ਕੋਲ ਸਮ ਇੰਡਸਟਰੀ ਸੇਮ ਵਰਡ ਹੈਗਾ। मूव होना मतलब रीलोकेट करना, बिल्कुल सही हैगा। सानू सम इंडस्ट्री मिल गया, मूव होना भी बन गया। साढ़े को आ चीज़ रह गई भी क्लोजर टू द रैलीवेंट कस्टमर। की ये दिता होया हुण इहदे की दिता होया हैगा, particularly those which are labor intensive to reduce production cost। ਹੁਣ ਅਗਰ ਆਪਾਂ ਹੁਣ ਜਿਹੜਾ ਇੱਕ ਨਵਾਂ ਸਟੂਡੈਂਟ ਹੈ ਉਹ ਕਹੇਗਾ ਵੀ ਲੋ ਜੀ ਸਾਰਾ ਕੁਝ ਹੀ ਮਿਲ ਗਿਆ ਸਾਨੂੰ ਤਾਂ ਇੱਥੇ, ਨਹੀਂ ਰਾਜੇ ਨਹੀਂ ਮਿਲਿਆ। ਕੁਐਸਚਨ ਦੇ ਵਿੱਚ 23rd ਕੁਐਸਚਨ ਦੇ ਵਿੱਚ ਸਾਨੂੰ ਇਹ ਨਹੀਂ ਸੀ ਦੱਸਿਆ ਕਿ ਕਿਹੜੇ ਇੰਡਸਟਰੀਜ਼ ਮੂਵ ਹੋਈਆਂ ਨੇਗੀਆਂ। ਕਹਿੰਦੇ ਕੁਛ ਕੁ ਇੰਡਸਟਰੀਜ਼ ਮੂਵ ਹੋਈਆਂ ਨੇ, ਬਿਲਕੁਲ ਹੋਈਆਂ ਨੇਗੀਆਂ। ਕੁਛ ਕੁ ਇੰਡਸਟਰੀਜ਼ ਮੂਵ ਹੋਈਆਂ ਨੇਗੀਆਂ, ਪਰ ਕਿਹੜੀਆਂ ਹੋਈਆਂ ਨੇਗੀਆਂ ਜਿਹਦੇ ਵਿੱਚ ਲੇਬਰ ਦੀ ਜ਼ਿਆਦਾ ਲੋੜ ਸੀ, ਜਿਨ੍ਹਾਂ ਦੇ ਵਿੱਚ ਲੇਬਰ ਦੀ ਜ਼ਿਆਦਾ ਲੋੜ ਸੀ। ਸਿਰਫ ਉਹਨਾਂ ਵਿੱਚੋਂ ਕੁਛ ਕੁ ਇੰਡਸਟਰੀਜ਼ ਨੇ ਜਿਹੜੀਆਂ ਉਹ ਮੂਵ ਹੋਈਆਂ ਨੇਗੀਆਂ ਤਾਂ ਕਿ ਆਪਣੀ ਪ੍ਰੋਡਕਸ਼ਨ ਕਾਸਟ ਘਟਾਉਣ ਵਾਸਤੇ। ਈਵਨ ਦੋ ਦਾ ਪ੍ਰੋਡਕਸ਼ਨ ਸਾਈਟ ਇਜ਼ ਹੰਡਰਡਸ ਔਰ ਈਵਨ ਥਾਊਜ਼ੈਂਡਸ ਆਫ ਕਿਲੋਮੀਟਰਸ ਅਵੇ फ्रॉम द फाइनल असैम्बली प्लांट और अवे फ्रॉम द यूज़र, कहे चाहे कितनी मर्जी दूर क्यों ना होवे। गल मेरी समझ आ गई। सिर्फ ਜਿਹੜੀਆਂ ਲੇਬਰ ਇੰਟੈਂਸਿਵ ਨੇਗੀਆਂ, ਮਤਲਬ ਜਿਹੜੀਆਂ ਕਿ ਜਿਹਦੇ 'ਚ ਲੇਬਰ ਦਾ ਜ਼ਿਆਦਾ ਆਉਣਾ ਜਾਣਾ ਹੁੰਦਾ ਹੈਗਾ, ਲੇਬਰ ਜ਼ਿਆਦਾ ਲੋੜ ਪੈਂਦੀ, ਸਿਰਫ ਕਹਿੰਦੇ ਉਹ ਚੇਂਜ ਹੋਈਆਂ ਨੇ, ਉਸ ਤੋਂ ਇਲਾਵਾ ਕੋਈ ਵੀ ਚੇਂਜ ਨਹੀਂ ਹੋਈਆਂ ਹੈਗੀ। ਇਸੇ ਕਰਕੇ ਇਹ ਵਾਲੀ ਜਿਹੜੀ ਗੱਲ ਹੈ ਉਹ ਸਾਡੀ ਕੀ ਕਹਿਲਾਵਾਂਗੇ, ਇਹਨੂੰ ਆਪਾਂ ਕਹਾਂਗੇ। हाँ जी, गल समझ आ गई मेरी। यही आंसर साडा जिहड़ा है फॉल्स किवें हो गया है साडा। मैं दुबारा फिर तुहानूं समझाउणा। मैं क्वेश्चन की कहना सीगा, मैनूं पता तुसीं कन्फ्यूज़ होवोगे। वो कहंदे सी भी कुछ क इंडस्ट्रीज़ ना कंज्यूमर दे नेड़े हो गईयां, जां रैलीवेंट जिहड़े कंज्यूमर ने उन्हां दे नेड़े हो गईयां। ठीक है, कंज्यूमर दे नेड़े होईयां ने कहंदे, पर